ਅੱਜ ਮਿਤੀ 11 ਮਈ 2020 ਤੱਕ ਜ਼ਿਲ੍ਹਾ ਲੁਧਿਆਣਾ ਵਿੱਚ ਅਸੀਂ 4172 ਸੈਂਪਲ ਜਿਹੜੇ ਹੈਗੇ ਉਹ ਕਲੈਕਟ ਕੀਤੇ ਨੇ, ਜਿਹਦੇ ਵਿੱਚੋਂ 3864 ਸੈਂਪਲਾਂ ਦੀ ਰਿਪੋਰਟ ਹਾਲੇ ਤੱਕ ਪ੍ਰਾਪਤ ਹੋ ਚੁੱਕੀ ਹੈ। ਕੁੱਲ 133 ਕੇਸਿਸ ਜਿਹੜੇ ਹੈਗੇ ਉਹ ਪੋਜ਼ਿਟਿਵ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਜਿਹੜੇ ਹੈਗੇ ਉਹ ਹਾਲੇ ਤੱਕ ਆਈਡੈਂਟੀਫਾਈ ਹੋਏ ਨੇ, ਔਰ ਇਸ ਤੋਂ ਇਲਾਵਾ 25 ਕੇਸ ਜਿਹੜੇ ਹੈਗੇ ਉਹ ਬਾਹਰਲੇ ਡਿਸਟ੍ਰਿਕਟਾਂ ਨਾਲ ਸੰਬੰਧਿਤ ਨੇ। 11 ਪੇਸ਼ੈਂਟ ਜ਼ਿਲ੍ਹਾ ਲੁਧਿਆਣਾ ਦੇ ਹਾਲੇ ਤੱਕ ਕਿਉਰਡ ਹੋ ਚੁੱਕੇ ਨੇ, और 3706 केस रिपोर्ट ਜਿਹੜੀਆਂ ਹੈਗੀਆਂ ਉਹ ਨੈਗੇਟਿਵ ਆਈਆਂ ਨੇ। 6 ਡੈਥ ਕੇਸਿਸ ਜਿਹੜੇ ਹੈਗੇ ਉਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਰਿਪੋਰਟ ਹੋਏ ਨੇ। ਤਾਂ ਇਸ ਵੇਲੇ 116 ਐਕਟਿਵ ਕੇਸਿਸ ਜਿਹੜੇ ਹੈਗੇ ਉਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੈਗੇ। ਇਸ ਤੋਂ ਇਲਾਵਾ ਸੋਸ਼ਲ ਡਿਸਟੈਂਸਿੰਗ ਨੂੰ ਇੰਸ਼ੋਰ ਕਰਨ ਦੇ ਵਾਸਤੇ, ਜਿਵੇਂ ਅਸੀਂ ਸਾਰੇ ਜਾਣਦੇ ਨੇ ਕਿ ਪਿਛਲੇ ਕੁਝ ਚਿਰ ਦੇ ਵਿੱਚ ਕਾਫੀ ਰਿਲੈਕਸੇਸ਼ਨ ਜਿਹੜੀਆਂ ਹੈਗੀਆਂ ਉਹ ਦਿੱਤੀਆਂ ਗਈਆਂ ਹਨ। ਤਾਂ ਉਹ ਰਿਲੈਕਸੇਸ਼ਨਸ ਇਸ ਸ਼ਰਤ 'ਤੇ ਦਿੱਤੀਆਂ ਗਈਆਂ ਸੀਗੀਆਂ ਕਿ ਲੋਕ ਜਿਹੜੇ ਹੈਗੇ ਉਹ ਮਾਸਕ ਔਰ ਸੋਸ਼ਲ ਡਿਸਟੈਂਸਿੰਗ, ਹੈਂਡ ਵਾਸ਼ ਔਰ ਬਾਕੀ ਜਿਹੜੀਆਂ ਕੋਵਿਡ ਦੀਆਂ ਗਾਈਡਲਾਈਨਸ ਹੈਗੀਆਂ ਉਹਨਾਂ ਦੀ ਪਾਲਣਾ ਕਰਨਗੇ। ਇਹਨਾਂ ਨੂੰ ਇੰਸ਼ੋਰ ਕਰਨ ਦੇ ਵਾਸਤੇ ਅਸੀਂ ਸਾਰੇ ਜਿਹੜੇ ਇਸਟੈਬਲਿਸ਼ਮੈਂਟਸ ਹੈਗੀਆਂ ਉਹਨਾਂ ਨੂੰ ਮੰਗਲਵਾਰ ਤੱਕ ਦਾ ਟਾਈਮ ਦਿੱਤਾ ਹੈਗਾ। ਉਸ ਤੋਂ ਬਾਅਦ ਇੱਕ ਕਮੇਟੀ ਜਿਹੜੀ ਹੈਗੀ ADC ਖੰਨਾ ਦੇ ਸੁਪਰਵਿਜ਼ਨ ਦੇ ਵਿੱਚ ਬਣਾਈ ਹੈਗੀ, ਜਿਹੜੀ ਕਿ ਫਰਦਰ ਸਬ ਕਮੇਟੀਆਂ ਆਪਣੀ ਥਾਣੇ ਲੈਵਲ 'ਤੇ, ਜ਼ੋਨ ਲੈਵਲ 'ਤੇ ਬਣਾਊਗੀ। ਔਰ ਜਿਹੜੇ ਵੀ ਇਸਟੈਬਲਿਸ਼ਮੈਂਟਸ ਨੂੰ ਅਸੀਂ ਪਰਮਿਸ਼ਨ ਦੇ ਜਾ ਰਹੇ ਨੇ, ਜਿਹੜੀ ਵੀ ਕੈਟੇਗਰੀਜ਼ ਨੂੰ ਅਸੀਂ ਪਰਮਿਸ਼ਨ ਦੇ ਜਾ ਰਹੇ ਨੇ, ਉਹਨਾਂ ਨੂੰ ਲਗਾਤਾਰ ਉਹਨਾਂ ਵੱਲੋਂ ਚੈਕਿੰਗ ਕੀਤੀ ਜਾਣੀ ਹੈ ਕਿ ਇਹ ਆਪਣੇ ਜਿਹੜੀ ਗਾਈਡਲਾਈਨਸ ਅਸੀਂ ਦਿੱਤੀਆਂ ਹੈਗੀਆਂ ਉਹਨਾਂ ਨੂੰ ਫੋਲੋ ਕਰ ਰਹੇ ਹਨ ਜਾਂ ਨਹੀਂ ਕਰ ਰਹੇ ਹਨ। ਇਸ ਕਰਕੇ ਮੇਰੇ ਸਾਰੇ ਇਸਟੈਬਲਿਸ਼ਮੈਂਟ ਜਿਨ੍ਹਾਂ ਨੂੰ ਅਸੀਂ ਪਰਮਿਸ਼ਨ ਹਾਲੇ ਤੱਕ ਦਿੱਤੀ ਹੋਈ ਹੈ ਉਹਨਾਂ ਨੂੰ ਬੇਨਤੀ ਹੈਗੀ ਕਿ ਜੋ ਵੀ ਅਸੀਂ ਗਾਈਡਲਾਈਨਸ ਦੇ ਰਹੇ ਹਾਂ ਉਹਨਾਂ ਦੀ ਕਾਈਂਡਲੀ ਉਹਨਾਂ ਨੂੰ ਫੋਲੋ ਕਰੋ, ਕਿਉਂਕਿ ਜੇ ਤੁਸੀਂ ਇਹਨਾਂ ਗਾਈਡਲਾਈਨਸ ਨੂੰ ਫੋਲੋ ਨਹੀਂ ਕਰਦੇ, ਕੱਲ੍ਹ ਨੂੰ ਕਿਸੇ ਵੀ ਕਾਰਨ ਕਰਕੇ ਕੋਵਿਡ ਦੇ ਕੇਸਾਂ ਦੇ ਵਿੱਚ ਇਜ਼ਾਫਾ ਹੁੰਦਾ ਹੈ ਤਾਂ ਇਹ ਸਿਚੁਏਸ਼ਨ ਜਿਹੜੀ ਹੈਗੀ ਪੂਰੇ ਲੁਧਿਆਣਾ ਦੇ ਵਾਸਤੇ ਖਰਾਬ ਹੋ ਸਕਦੀ ਹੈ। ਤਾਂ ਅਸੀਂ ਸਾਰੇ ਦੇ ਸਾਰੇ ਇਹ ਗਾਈਡਲਾਈਨਸ ਜਿਹੜੀਆਂ ਹੈਗੀਆਂ ਸਿਰਫ ਔਰ ਸਿਰਫ ਇਸ ਵਾਸਤੇ ਦਿੱਤੀਆਂ ਗਈਆਂ ਨੇ ਕਿ ਕੋਵਿਡ ਦੀ ਜਿਹੜੀ ਸਿਚੁਏਸ਼ਨ ਹੈਗੀ ਉਸ ਨੂੰ ਅਸੀਂ ਕੰਟਰੋਲ ਦੇ ਵਿੱਚ ਰੱਖੀਏ, ਕੋਈ ਵੀ ਕੇਸ ਜਿਹੜੇ ਹੈਗੇ ਉਹ ਜ਼ਿਆਦਾ ਲੁਧਿਆਣੇ ਦੇ ਵਿੱਚ ਨਾ ਵੱਧ ਸਕਣ। ਤਾਂ ਜੇ ਅਸੀਂ ਸੋਸ਼ਲ ਡਿਸਟੈਂਸਿੰਗ ਔਰ ਬਾਕੀ ਵੀ ਗਾਈਡਲਾਈਨ ਜਿਹੜੀਆਂ ਹੈਗੀਆਂ ਉਹਨਾਂ ਨੂੰ ਫੋਲੋ ਕਰਾਂਗੇ ਤਾਂ ਆਪਣੇ ਕੰਮ ਨੂੰ ਵੀ ਚੰਗੀ ਤਰ੍ਹਾਂ ਕਰ ਸਕਦੇ ਹਾਂ ਔਰ ਕੋਵਿਡ 'ਤੇ ਵੀ ਕੰਟਰੋਲ ਪਾ ਸਕਦੇ ਹਾਂ। ਕਿਉਂਕਿ ਜ਼ਿੰਦਗੀ ਦੇ ਵਿੱਚ ਅਸੀਂ ਲਗਾਤਾਰ ਲੋਕਡਾਊਨ ਔਰ ਇਹਦੇ ਨਾਲ ਇਹ ਜ਼ਿੰਦਗੀ ਜਿਹੜੀ ਹੈਗੀ ਉਹ ਨਹੀਂ ਚੱਲ ਸਕਦੀ। ਅਸੀਂ ਕੋਵਿਡ ਦੇ ਨਾਲ ਹੀ ਇਹ ਜ਼ਿੰਦਗੀ ਜਿਹੜੀ ਹੈਗੀ ਉਸ ਨੂੰ ਚਲਾਉਣਾ ਹੈ ਔਰ ਉਹਦੇ ਵਾਸਤੇ ਜਿਹੜੇ ਪ੍ਰੀਕਾਸ਼ਨਸ ਲੈਣੇ ਹਨ ਉਹ ਸਾਰੇ ਦੇ ਸਾਰੇ ਪ੍ਰੀਕਾਸ਼ਨਸ ਜਿਹੜੇ ਹੈਗੇ ਉਹ ਲੈਣੇ ਚਾਹੀਦੇ ਨੇ। ਤਾਂ ਇਸ ਕਰਕੇ ਇਹ ਕਮੇਟੀ ਨੂੰ ਜਿਹੜੀ ਕੌਂਸਟੀਟਿਊਟ ਕੀਤੀ ਗਈ ਹੈ ਲਗਾਤਾਰ ਚੈੱਕ ਕਰਦੀ ਰਹੂਗੀ, ਔਰ ਜੇ ਕੋਈ ਵੀ ਬੰਦਾ ਇਹਨਾਂ ਦੀ ਵਾਇਓਲੇਸ਼ਨ ਕਰਦਾ ਹੋਇਆ ਪਾਇਆ ਜਾਂਦਾ ਹੈ ਤਾਂ ਸਖਤ ਕਾਰਵਾਈ ਵੀ ਜਿਹੜੀ ਹੈਗੀ ਉਹ ਕੀਤੀ ਜਾ ਸਕਦੀ ਹੈ। ਉਹਨਾਂ ਦੀ ਇਸਟੈਬਲਿਸ਼ਮੈਂਟ ਨੂੰ ਜਿਹੜੀ ਪਰਮਿਸ਼ਨ ਦਿੱਤੀ ਹੋਈ ਹੈ ਉਹ ਵੀ ਵਿਡਰੋ ਕੀਤੀ ਜਾ ਸਕਦੀ ਹੈ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਜਿਹੜੀ ਹੈਗੀ 138 ਦੀ ਉਹ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅੱਜ ਅਸੀਂ ਕੁਝ ਪਰਮਿਸ਼ਨਸ ਜਿਹੜੀਆਂ ਹੈਗੀਆਂ ਕੁਝ ਹੋਰ ਆਈਟਮਸ ਨੂੰ ਅਸੈਂਸ਼ੀਅਲ ਮੌਸਮ ਜਿਹੜਾ ਹੈਗਾ ਉਸ ਨੂੰ ਦੇਖਦੇ ਹੋਏ ਲੋਕਾਂ ਦੀ ਜਿਹੜੀ ਹੋਰ ਵੀ ਤਰੀਕੇ ਦੀ ਅਸੀਂ ਪਰਮਿਸ਼ਨਾਂ ਦਿੱਤੀਆਂ ਹਨ, ਜਿਵੇਂ ਕੰਸਟਰਕਸ਼ਨ ਦੀ ਪਰਮਿਸ਼ਨ ਦਿੱਤੀ ਹੈ, ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਕੁਝ ਹੋਰ ਸਰਵਿਸਿਜ਼ ਨੂੰ ਅਸੀਂ ਅੱਜ ਅਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਐਡ ਕੀਤਾ ਹੈਗਾ, ਜਿਹੜਾ ਕਿ ਗਵਰਨਮੈਂਟ ਆਫ ਪੰਜਾਬ ਫੂਡ ਸਪਲਾਈ ਡਿਪਾਰਟਮੈਂਟ ਵੱਲੋਂ ਡਿਪਟੀ ਕਮਿਸ਼ਨਰਸ ਨੂੰ ਆਥੋਰਾਈਜ਼ ਕੀਤਾ ਗਿਆ ਸੀਗਾ। ਉਹਦੇ ਮੁਤਾਬਿਕ ਅਸੀਂ ਅੱਜ ਸਪਲਾਈ ਆਫ ਬੁੱਕਸ, ਸਟੇਸ਼ਨਰੀ ਸ਼ਾਪਸ, ਇਲੈਕਟ੍ਰਿਕ ਫੈਨਸ, ਕੂਲਰਸ, AC ਰਿਪੇਅਰਸ, ਵਹੀਕਲ ਰਿਪੇਅਰ, ਸਪਲਾਈ ਆਫ ਸਪੇਅਰ ਪਾਰਟਸ, ਇਲੈਕਟ੍ਰੀਸ਼ੀਅਨ ਸਰਵਿਸਿਜ਼, ਸਪਲਾਈ ਆਫ ਇਲੈਕਟ੍ਰੀਕਲ ਐਂਡ ਸੈਨੀਟਰੀ ਗੁड्स, supply of construction material like cement, bricks, sand, plywood, timber, glass, etc., IT repair, supply of inverters, plumber services, carpenter ਤੇ supply of hardware and paints। ਇਹਨਾਂ ਸਰਵਿਸਿਜ਼ ਨੂੰ ਵੀ ਅਸੀਂ ਅੱਜ ਅਸੈਂਸ਼ੀਅਲ ਸਰਵਿਸਿਜ਼ ਦੀ ਕੈਟੇਗਰੀ ਦੇ ਵਿੱਚ ਐਡ ਕੀਤਾ ਹੈਗਾ, ਔਰ ਇਹਨਾਂ ਦੇ ਨਾਲ ਸੰਬੰਧਿਤ ਜਿਹੜੀ ਸਰਵਿਸਿਜ਼ ਹੈਗੀਆਂ ਸਵੇਰੇ 7 ਵਜੇ ਤੋਂ 3 ਵਜੇ ਤੱਕ ਔਨ ਦਾ ਕਾਊਂਟਰ ਜਿਹੜੀਆਂ ਹੈਗੀਆਂ ਉਹ ਦਿੱਤੀਆਂ ਜਾ ਸਕਦੀਆਂ ਹਨ, ਔਰ 3 ਵਜੇ ਤੋਂ 7 ਵਜੇ ਤੱਕ ਸ਼ਾਮੀ ਉਹ ਸਰਵਿਸਿਜ਼ ਜਿਹੜੀਆਂ ਹੈਗੀਆਂ ਹੋਮ ਡਿਲੀਵਰੀ ਰਾਹੀਂ ਦਿੱਤੀਆਂ ਜਾ ਸਕਦੀਆਂ ਹਨ। ਤਾਂ ਇਹ ਆਰਡਰ ਜਿਹੜੇ ਹੈਗੇ ਇਹ ਵੀ ਕੋਵਿਡ ਦੀ ਗਾਈਡਲਾਈਨਸ ਦੇ ਮੱਦੇਨਜ਼ਰ ਔਰ ਉਹਨਾਂ ਕੰਡੀਸ਼ਨਾਂ ਦੇ ਨਾਲ ਹੀ ਦਿੱਤੇ ਗਏ ਨੇ ਕਿ ਇਹ ਜਿਹੜੇ ਵੀ ਸਪਲਾਇਰਸ ਹੋਣਗੇ ਇਹ ਸਰਵਿਸਿਜ਼ ਦੇ ਉਹ ਇਹ ਕੋਵਿਡ ਦੀ ਗਾਈਡਲਾਈਨ ਜਿਹੜੀਆਂ ਹੈਗੀਆਂ ਉਹਨਾਂ ਦੀ ਪਾਲਣਾ ਕਰਨਗੇ। ਇਸ ਤੋਂ ਇਲਾਵਾ ਮਾਈਗ੍ਰੈਂਟਸ ਦੇ ਵਾਸਤੇ ਜਿਹੜੀ ਮੂਵਮੈਂਟ ਚਾਲੂ ਹੋਈ ਸੀਗੀ, ਕੱਲ੍ਹ ਤੱਕ ਸਾਡੀ 20 ਟ੍ਰੇਨਾਂ ਜਿਹੜੀਆਂ ਗਈਆਂ ਸੀਗੀਆਂ। ਅੱਜ ਉਸੇ ਸੀਰੀਜ਼ ਦੇ ਵਿੱਚ 5 ਹੋਰ ਟ੍ਰੇਨਾਂ ਜਿਹੜੀਆਂ ਹੈਗੀਆਂ ਉਹ ਜਾ ਰਹੀਆਂ ਨੇ। 4 ਟ੍ਰੇਨ ਆਲਰੇਡੀ ਜਾ ਚੁੱਕੀਆਂ ਨੇ ਤੇ ਇੱਕ ਅਖੀਰਲੀ ਟ੍ਰੇਨ ਜਿਹੜੀ ਹੈਗੀ ਉਹਦੀ ਬੋਰਡਿੰਗ ਇਸ ਵੇਲੇ ਚੱਲਦੀ ਪਈ ਹੈ। ਤਾਂ ਇਹ 5 ਹੀ ਟ੍ਰੇਨ ਜਿਹੜੀਆਂ ਹੈਗੀਆਂ ਉਹਦੇ ਰਾਹੀਂ ਤਕਰੀਬਨ 6000 ਮਾਈਗ੍ਰੈਂਟਸ ਦੇ ਬੱਚੇ ਜਿਹੜੇ ਹੈਗੇ ਉਹ ਆਪਣੇ ਸਟੇਟਾਂ ਦੇ ਵਿੱਚ ਜਾ ਚੁੱਕੇ ਨੇ, ਜਿਨ੍ਹਾਂ ਨੂੰ ਟਿਕਟਾਂ ਜਿਹੜੀਆਂ ਹੈਗੀਆਂ ਉਹ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਨ। ਉਹਨਾਂ ਨੂੰ ਖਾਣਾ ਪੀਣਾ ਉਹਨਾਂ ਦੇ ਨੀਅਰੈਸਟ ਪਿਕਅਪ ਪੁਆਇੰਟਸ ਤੋਂ ਰੇਲਵੇ ਸਟੇਸ਼ਨ ਤੱਕ ਲਾਉਣ ਦੀ ਸਾਰੀ ਜਿਹੜੀ ਫੈਸਿਲਿਟੀ ਹੈਗੀ ਉਹ ਪੰਜਾਬ ਸਰਕਾਰ ਵੱਲੋਂ ਮੁਫਤ ਉਹਨਾਂ ਨੂੰ ਦਿੱਤੀ ਗਈ ਹੈ। ਇसी ਸੀਰੀਜ਼ ਦੇ ਵਿੱਚ ਕੱਲ੍ਹ ਵੀ 6 ਟ੍ਰੇਨਾਂ ਜਿਹੜੀਆਂ ਹੈਗੀਆਂ ਉਹ ਜ਼ਿਲ੍ਹਾ ਲੁਧਿਆਣੇ ਤੋਂ ਆਪਣੇ ਗੰਤਵ ਸਟੇਸ਼ਨ ਜਿਹੜੇ ਹੈਗੇ ਉਹਦੇ ਵਿੱਚ ਚੱਲਣਗੀਆਂ, ਔਰ ਤਕਰੀਬਨ ਹਰ ਇੱਕ ਟ੍ਰੇਨ ਦੇ ਵਿੱਚ 1200 ਦੇ ਮੁਤਾਬਿਕ ਤਕਰੀਬਨ 70,200 ਮਾਈਗ੍ਰੈਂਟਸ ਜਿਹੜੇ ਹੈਗੇ ਉਹਨਾਂ ਨੂੰ ਉਹਨਾਂ ਦੇ ਸਟੇਟਾਂ ਦੇ ਵਿੱਚ ਭੇਜਿਆ ਜਾਏਗਾ। ਥੈਂਕ ਯੂ।